ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ SST ਮਾਸਟਰ ਕੇਡਰ ਦੀ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਹੁਮਾਯੂੰ ਬਾਰੇ ਇੱਕ ਫੈਕਟ ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ, ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ। ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ SST ਮਾਸਟਰ ਕੇਡਰ ਦੇ ਕਈ ਸੈਸ਼ਨ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਇੱਕ ਟੌਪਿਕ ਨੂੰ ਪੂਰੀ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਜਾਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਹੁਮਾਯੂੰ ਬਾਰੇ ਇੱਕ ਫੈਕਟ ਪੂਰੀ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਇਸ ਤੋਂ ਪਹਿਲਾਂ ਆਪਾਂ ਮੁਗਲ ਐਮਪਾਇਰ ਦੇ ਜਿੰਨੇ ਵੀ ਇੰਪੋਰਟੈਂਟ ਸ਼ਾਸਕ ਸੀ, ਜਿਵੇਂ ਕਿ ਬਾਬਰ। ਇਸ ਤੋਂ ਪਹਿਲਾਂ ਆਪਾਂ ਮੁਗਲ ਐਮਪਾਇਰ ਦੇ ਇੱਕ ਸ਼ਾਸਕ ਬਾਰੇ ਪੜ੍ਹਿਆ, ਬਾਬਰ ਬਾਰੇ। ਅਤੇ ਇਸ ਤੋਂ ਪਹਿਲਾਂ ਜਿੰਨੀਆਂ ਵੀ ਡਾਇਨੈਸਟੀਜ਼ ਆਈਆਂ ਦਿੱਲੀ ਸਲਤਨਤ ਦੀਆਂ, ਉਹਨਾਂ ਬਾਰੇ ਆਪਾਂ ਪੂਰੇ ਡਿਟੇਲ ਦੇ ਵਿੱਚ ਕਵਰ ਕੀਤਾ। ਤਾਂ ਉਹ ਤੁਸੀਂ ਜ਼ਰੂਰ ਦੇਖਿਓ, ਤਾਂ ਕਿ ਤੁਹਾਡੀ ਸੀਰੀਜ਼ ਨਾ ਟੁੱਟੇ। ਠੀਕ ਹੈ ਜੀ, ਸੀਰੀਜ਼ ਵਾਈਜ਼ ਤੁਸੀਂ ਇਹਦੀ ਤਿਆਰੀ ਕਰੋ। ਤੁਹਾਡੇ ਸਿਲੇਬਸ ਦੇ ਅਕੋਰਡਿੰਗ ਆਪਾਂ ਤੁਹਾਡੇ ਸੈਸ਼ਨ ਲੈ ਕੇ ਆ ਰਹੇ ਹਾਂ। ਇਸ ਤੋਂ ਪਹਿਲਾਂ ਆਪਾਂ ਦਿੱਲੀ ਸਲਤਨਤ ਬਾਰੇ ਪੂਰੀ ਡਿਟੇਲ ਦੇ ਵਿੱਚ ਕਵਰ ਕੀਤਾ। ਤਾਂ ਪਹਿਲਾਂ ਤੁਸੀਂ ਉਹ ਸਾਰੀਆਂ ਕਲਾਸਿਸ ਅਟੈਂਡ ਕਰਕੇ ਆਓ, ਅਤੇ ਬਾਅਦ ਦੇ ਵਿੱਚ ਇਹ ਕਲਾਸਿਸ ਤੁਸੀਂ ਅਟੈਂਡ ਕਰੋ, ਤਾਂ ਕਿ ਤੁਹਾਡੀ ਕੰਟੀਨਿਊਟੀ ਬਣੀ ਰਹੇ। ਤਾਂ ਅੱਜ ਆਪਾਂ ਹੁਮਾਯੂੰ ਬਾਰੇ ਪੜ੍ਹਨ ਜਾ ਰਹੇ ਹਾਂ। ਹੁਮਾਯੂੰ ਇੱਕ ਬਹੁਤ ਇੰਪੋਰਟੈਂਟ ਸ਼ਾਸਕ ਹੈ ਮੁਗਲ ਐਮਪਾਇਰ ਦਾ। ਤਾਂ ਹੁਮਾਯੂੰ ਬਾਰੇ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਇਹਦਾ ਟਾਈਮ ਪੀਰੀਅਡ ਪਤਾ ਹੋਣਾ ਚਾਹੀਦਾ ਹੈ। ਇਹਦਾ ਟਾਈਮ ਪੀਰੀਅਡ ਹੈ 1530 ਤੋਂ 1555, 56 ਲਾ ਸਕਦੇ ਹੋ। ਠੀਕ ਹੈ ਜੀ, 1530 ਤੋਂ 1556। ਤਾਂ 1530 ਤੋਂ 1556 ਇਹਦਾ ਜਿਹੜਾ ਟਾਈਮ ਪੀਰੀਅਡ ਹੈ। ਬਟ ਇਨ ਬਿਟਵੀਨ ਇਹਨੂੰ ਸ਼ੇਰ ਸ਼ਾਹ ਸੂਰੀ ਨੇ ਹਰਾਤਾ ਸੀ। ਤਾਂ ਇਹ ਬੰਦਾ, ਕਿਉਂਕਿ ਸ਼ੇਰ ਸ਼ਾਹ ਸੂਰੀ ਨੇ ਬਹੁਤ ਬੁਰੀ ਤਰ੍ਹਾਂ ਨਾਲ ਇਹਨੂੰ ਹਰਾਇਆ ਸੀ, ਅਤੇ ਇਹ ਬੰਦਾ ਆਪਦਾ ਤਖਤ ਛੱਡ ਕੇ ਇੱਥੋਂ ਭੱਜ ਗਿਆ ਸੀ। ਅਤੇ ਇਨ ਬਿਟਵੀਨ ਆਪਾਂ ਸੂਰ ਡਾਇਨੈਸਟੀ ਬਾਰੇ ਵੀ ਪੜ੍ਹਾਂਗੇ। ਅਤੇ ਉਸ ਤੋਂ ਬਾਅਦ ਇਹ ਬੰਦਾ ਦੁਬਾਰਾ ਫਿਰ ਆਇਆ ਸੀ, ਅਤੇ 1555 ਦੇ ਵਿੱਚ ਇਹ ਦੁਬਾਰਾ ਗੱਦੀ 'ਤੇ ਬੈਠਾ ਸੀ, ਅਤੇ 1556 ਤੱਕ ਇਹਨੇ ਰਾਜ ਕੀਤਾ, ਅਤੇ ਉਸ ਤੋਂ ਬਾਅਦ ਇਹਦੀ ਮੌਤ ਹੋ ਗਈ। ਠੀਕ ਹੈ ਜੀ, ਤਾਂ ਹੁਮਾਯੂੰ ਬਾਰੇ ਅੱਜ ਆਪਾਂ ਪੜ੍ਹਾਂਗੇ। ਬਹੁਤ ਇੰਪੋਰਟੈਂਟ ਸ਼ਾਸਕ ਹੈ, ਇਹ ਤੋਂ ਅਕਸਰ ਹੀ ਕੁਐਸਚਨ ਤੁਹਾਨੂੰ ਪੁੱਛੇ ਜਾਂਦੇ ਆ। ਤਾਂ ਸਭ ਤੋਂ ਪਹਿਲਾ ਜਿਹੜਾ ਫੈਕਟ ਹੈ, ਇਹਦਾ ਓਰੀਜਨਲ ਨੇਮ ਤੁਹਾਨੂੰ ਪੁੱਛ ਸਕਦੇ ਆ। ਠੀਕ ਹੈ ਜੀ, ਤਾਂ ਓਰੀਜਨਲ ਨੇਮ ਹੈ ਇਹਦਾ ਨਾਸਿਰੁਦੀਨ ਬੇਗ ਮੁਹੰਮਦ ਖਾਨ। ਠੀਕ ਹੈ ਜੀ, ਨਾਸਿਰੁਦੀਨ ਬੇਗ ਮੁਹੰਮਦ ਖਾਨ ਇਹਦਾ ਓਰੀਜਨਲ ਨੇਮ ਹੈ, ਬਹੁਤ ਇੰਪੋਰਟੈਂਟ ਹੈ। ਇਹਦੇ ਫਾਦਰ ਅਤੇ ਮਦਰ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹਦੇ ਫਾਦਰ ਦਾ ਨਾਮ ਹੈ ਬਾਬਰ, ਜਿਹਦੇ ਬਾਰੇ ਆਪਾਂ ਪ੍ਰੀਵੀਅਸ ਕਲਾਸ ਦੇ ਵਿੱਚ ਪੜ੍ਹ ਕੇ ਆਏ ਹਾਂ। ਬਹੁਤ ਇੰਪੋਰਟੈਂਟ ਸ਼ਾਸਕ ਹੈ, ਇੱਕ ਫੈਕਟ ਇਹਦੇ ਬਾਰੇ ਵੀ ਪੜ੍ਹਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਤਾਂ ਪ੍ਰੀਵੀਅਸ ਜਿੰਨੀਆਂ ਵੀ ਕਲਾਸਿਸ ਆਪਣੀਆਂ ਇਸ ਤੋਂ ਪਹਿਲਾਂ ਅਪਲੋਡ ਹੋਈਆਂ ਨੇ, ਉਹ ਤੁਸੀਂ ਜ਼ਰੂਰ ਅਟੈਂਡ ਕਰਕੇ ਆਇਓ। ਤਾਂ ਬਾਬਰ ਬਹੁਤ ਇੰਪੋਰਟੈਂਟ ਹੈ, ਅਤੇ ਇਹਦੀ ਮਦਰ ਦਾ ਨਾਮ ਸੀ ਮਹਿਮ ਬੇਗਮ। ਠੀਕ ਹੈ ਜੀ, ਤਾਂ ਇਹ ਵੀ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਤਾਂ ਵਾਈਫ ਦਾ ਨਾਮ ਹੈ ਇਹਦਾ ਹਾਮਿਦਾ ਬਾਨੋ। ਹਾਮਿਦਾ ਬਾਨੋ ਇਹਦੀ ਵਾਈਫ ਦਾ ਨਾਮ ਹੈ, ਬਹੁਤ ਇੰਪੋਰਟੈਂਟ ਹੈ। ਅਤੇ ਟੌਂਬ, ਕਿਉਂਕਿ ਹਰ ਇੱਕ ਸ਼ਾਸਕ ਦੀ ਤੁਹਾਨੂੰ ਟੌਂਬ ਜ਼ਰੂਰ ਪਤਾ ਹੋਣੀ ਚਾਹੀਦੀ ਹੈ। ਇੱਥੋਂ ਹਰ ਵਾਰ ਕੁਐਸਚਨ ਪੁੱਛੇ ਜਾਂਦੇ ਨੇ, ਕਿਸੇ ਵੀ ਸ਼ਾਸਕ ਦੀ ਤੁਹਾਨੂੰ ਟੌਂਬ ਪੁੱਛ ਸਕਦੇ ਆ। ਤਾਂ ਟੌਂਬ ਹੈ ਇਹਦੀ ਦਿੱਲੀ ਦੇ ਵਿੱਚ। ਠੀਕ ਹੈ ਜੀ, ਜਿਹੜੀ ਹੁਮਾਯੂੰ ਦੀ ਟੌਂਬ ਹੈ ਉਹ ਦਿੱਲੀ ਦੇ ਵਿੱਚ ਹੈ, ਇਹ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਅਤੇ ਜਿਹੜਾ ਆਪਾਂ ਪ੍ਰੀਵੀਅਸ ਪੜ੍ਹ ਕੇ ਆਏ ਬਾਬਰ, ਇਹਦੀ ਜਿਹੜੀ ਟੌਂਬ ਹੈ ਉਹ ਹੈਗੀ ਕਾਬੁਲ ਦੇ ਵਿੱਚ। ਠੀਕ ਹੈ ਜੀ, ਉਸ ਕਲਾਸ ਦੇ ਵਿੱਚ ਵੀ ਆਪਾਂ ਪੜ੍ਹ ਕੇ ਆਏ ਹਾਂ। ਤਾਂ ਕਾਬੁਲ ਦੇ ਵਿੱਚ ਇਹਦੀ ਟੌਂਬ ਹੈ ਬਾਬਰ ਦੀ। ਇਸ ਤੋਂ ਬਾਅਦ ਤੁਹਾਨੂੰ ਪੁੱਛਣਗੇ ਬਾਇਓਗ੍ਰਾਫੀ, ਕਿਉਂਕਿ ਇਹਨੇ ਆਟੋਬਾਇਓਗ੍ਰਾਫੀ ਨਹੀਂ ਲਿਖੀ, ਇਹਨੇ ਬਾਇਓਗ੍ਰਾਫੀ ਲਿਖੀ ਹੈ। ਬਾਇਓਗ੍ਰਾਫੀ ਇਹਦੀ ਲਿਖੀ ਹੋਈ ਹੈ ਤਾਂ ਕਿਹਦੇ ਦੁਆਰਾ? ਇਹਦੀ ਸਿਸਟਰ ਦੁਆਰਾ। ਇਹਦੀ ਸਿਸਟਰ ਦਾ ਕੀ ਨਾਮ ਸੀ? ਗੁਲਬਦਨ ਬੇਗਮ। ਤਾਂ ਇਹ ਬਹੁਤ ਵਾਰ ਪੁੱਛੀ ਗਈ ਹੈ ਇਹ ਬੁੱਕ, ਹੁਮਾਯੂੰਨਾਮਾ। ਠੀਕ ਹੈ ਜੀ, ਕਿਉਂਕਿ ਜਿਹੜੀ ਆਟੋਬਾਇਓਗ੍ਰਾਫੀ ਹੈ ਉਹ ਬੰਦਾ ਖੁਦ ਲਿਖਦਾ, ਅਤੇ ਬਾਇਓਗ੍ਰਾਫੀ ਹੁੰਦੀ ਹੈ ਜੀਵਨੀ। ਜੀਵਨੀ ਲਿਖੀ ਹੈ ਇਹਦੀ ਸਿਸਟਰ ਨੇ ਹੁਮਾਯੂੰ ਦੀ। ਤਾਂ ਹੁਮਾਯੂੰਨਾਮਾ ਇਹਦਾ ਨਾਮ ਹੈ। ਤਾਂ ਲਿਖੀ ਹੈ ਇਹ ਗੁਲਬਦਨ ਬੇਗਮ, ਜਿਹੜੀ ਕਿ ਹੁਮਾਯੂੰ ਦੀ ਸਿਸਟਰ ਸੀ। ਤਾਂ ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪੁੱਛਿਆ ਜਾਊਗਾ। ਅਗਲਾ ਆਪਾਂ ਇਹਦੀ ਬੈਟਲਸ ਪੜ੍ਹਦੇ ਹਾਂ, ਜੋ ਕਿ ਬਹੁਤ ਇੰਪੋਰਟੈਂਟ ਨੇ, ਜੋ ਕਿ ਅਕਸਰ ਹੀ ਪੇਪਰਾਂ ਦੇ ਵਿੱਚ ਪੁੱਛੀਆਂ ਜਾਂਦੀਆਂ। ਸਭ ਤੋਂ ਪਹਿਲੀ ਜਿਹੜੀ ਬੈਟਲ ਸੀ ਉਹ ਹੈ 1539 ਬੈਟਲ ਆਫ ਚੌਸਾ, ਹੁਮਾਯੂੰ ਅਤੇ ਸ਼ੇਰ ਸ਼ਾਹ ਸੂਰੀ ਦੇ ਵਿਚਕਾਰ ਹੋਈ ਸੀ। ਠੀਕ ਹੈ ਜੀ, ਇਹਦੇ ਵਿੱਚ ਹੁਮਾਯੂੰ ਲੋਸਟ ਹੋਇਆ ਸੀ। ਲੋਸਟ ਯਾਨੀ ਕਿ ਹੁਮਾਯੂੰ ਦੀ ਹਾਰ ਹੋਈ ਸੀ। ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪੁੱਛਿਆ ਜਾਊਗਾ। ਤਾਂ ਹੁਮਾਯੂੰ ਦੀ ਇਹਦੇ ਵਿੱਚ ਹਾਰ ਹੋਈ ਸੀ। ਇਸ ਤੋਂ ਬਾਅਦ 1540 ਦੇ ਵਿੱਚ ਫਿਰ ਇੱਕ ਵਾਰ ਬੈਟਲ ਆਫ ਬਿਲਗ੍ਰਾਮ ਹੋਈ, ਜਿਹਨੂੰ ਕਿ ਬੈਟਲ ਆਫ ਕਨੌਜ ਵੀ ਕਿਹਾ ਜਾਂਦਾ। ਠੀਕ ਹੈ ਜੀ, ਤਾਂ ਬੈਟਲ ਆਫ ਬਿਲਗ੍ਰਾਮ ਵੀ ਇਹਦਾ ਨਾਮ ਆ ਸਕਦਾ, ਅਤੇ ਬੈਟਲ ਆਫ ਕਨੌਜ, ਜੋ ਕਿ 1540 ਈਸਵੀ ਦੇ ਵਿੱਚ ਹੋਈ।
ਇਹ ਵੀ ਮਤਲਬ ਹੁਮਾਯੂੰ ਅਤੇ ਸ਼ੇਰਸ਼ਾਹ ਸੂਰੀ ਦੇ ਵਿਚਕਾਰ ਹੀ ਹੋਈ ਅਤੇ ਇਹਦੇ ਵਿੱਚ ਦੁਬਾਰਾ ਫਿਰ ਹੁਮਾਯੂੰ ਦੀ ਹਾਰ ਹੋਈ। ਤਾਂ 1540 ਦੇ ਵਿੱਚ ਇਹ ਜਿਹੜਾ ਹੁਮਾਯੂੰ ਸੀ ਇਹ ਤਖਤ ਛੱਡ ਕੇ ਇੱਥੋਂ ਚੱਲ ਗਿਆ ਸੀ, ਕਿਉਂਕਿ ਇਹ ਡਰ ਗਿਆ ਸੀ ਸ਼ੇਰਸ਼ਾਹ ਸੂਰੀ ਤੋਂ। ਬਹੁਤ ਤਕੜਾ ਸ਼ਾਸਕ ਸੀ ਜਿਹੜਾ ਆਪਣਾ ਸ਼ੇਰਸ਼ਾਹ ਸੂਰੀ ਸੀ, ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਸ਼ੇਰਸ਼ਾਹ ਸੂਰੀ ਨੇ ਸੂਰ ਡਾਇਨੈਸਟੀ ਦੀ ਸਥਾਪਨਾ ਕਰਤੀ ਅਤੇ ਹੁਮਾਯੂੰ ਜਿੰਨਾ ਟਾਈਮ ਸ਼ੇਰਸ਼ਾਹ ਸੂਰੀ ਆਪਣੀ ਗੱਦੀ ਦੇ ਉੱਤੇ ਰਿਹਾ ਤਾਂ ਹੁਮਾਯੂੰ ਓਨਾ ਟਾਈਮ ਦਿੱਲੀ ਦੇ ਵਿੱਚ ਨਹੀਂ ਆਇਆ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ 1540 ਅਤੇ 1539। 1539 ਦੀ ਬੈਟਲ ਬਹੁਤ ਪੁੱਛੀ ਜਾਂਦੀ ਹੈ, ਬੈਟਲ ਆਫ ਚੌਸਾ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਇਸ ਤੋਂ ਬਾਅਦ ਜਦੋਂ ਸ਼ੇਰਸ਼ਾਹ ਸੂਰੀ ਦੀ ਮੌਤ ਹੋ ਗਈ 1555 ਦੇ ਵਿੱਚ, ਤਾਂ ਇਹਦਾ ਜਿਹੜਾ ਬੇਟਾ ਸੀ ਉਹ ਗੱਦੀ 'ਤੇ ਬੈਠਾ, ਜਿਹਦਾ ਨਾਮ ਸੀ ਸਿਕੰਦਰ ਸ਼ਾਹ ਸੂਰੀ, ਠੀਕ ਹੈ ਜੀ। ਤਾਂ 1555 ਦੇ ਵਿੱਚ ਇੱਕ ਹੋਰ ਬੈਟਲ ਹੁੰਦੀ ਹੈ ਜਿਹਦਾ ਨਾਮ ਹੈ ਬੈਟਲ ਆਫ ਸਰਹਿੰਦ, ਠੀਕ ਹੈ ਜੀ। ਇਹ ਹੋਈ ਹੁਮਾਯੂੰ ਵਰਸਸ ਸਿਕੰਦਰ ਸ਼ਾਹ ਸੂਰੀ। ਇਹਦੇ ਵਿੱਚ ਹੁਮਾਯੂੰ ਦੀ ਜਿੱਤ ਹੋਈ, ਠੀਕ ਹੈ ਜੀ। ਸਿਕੰਦਰ ਸ਼ਾਹ ਸੂਰੀ ਨੂੰ ਉਹਨੇ ਹਰਾਤਾ ਸੀ, ਠੀਕ ਹੈ ਜੀ, ਕਿਉਂਕਿ ਨਵਾਂ ਸ਼ਾਸਕ ਬਣਿਆ ਸੀ, ਬਟ ਸ਼ੇਰਸ਼ਾਹ ਸੂਰੀ ਬਹੁਤ ਸਟਰੋਂਗ ਸ਼ਾਸਕ ਸੀ। ਤਾਂ ਹੁਮਾਯੂੰ ਇਹਦੇ ਵਿੱਚ ਜਿੱਤਿਆ ਅਤੇ 1555 'ਚ ਫਿਰ ਇੱਕ ਵਾਰ ਹੁਮਾਯੂੰ ਗੱਦੀ ਦੇ ਉੱਤੇ ਬੈਠ ਗਿਆ ਸੀ। ਇਹ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਇਸ ਤੋਂ ਬਾਅਦ ਹੁਮਾਯੂੰ ਨੇ ਇੱਕ ਸਿਟੀ ਇਸਟੈਬਲਿਸ਼ ਕੀਤੀ ਸੀ ਜਿਹਦਾ ਨਾਮ ਸੀ ਦੀਨ ਪਨਾਹ, ਠੀਕ ਹੈ ਜੀ। ਦਿੱਲੀ ਦੇ ਵਿੱਚ ਹੀ ਇਹ ਸਿਟੀ ਇਸਟੈਬਲਿਸ਼ ਕੀਤੀ ਸੀ, ਦੀਨ ਪਨਾਹ ਨਾਮ ਦੀ ਸਿਟੀ। ਇਹ ਤੁਹਾਨੂੰ ਪੁੱਛਿਆ ਜਾਊਗਾ ਕਿ ਹੁਮਾਯੂੰ ਨੇ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ, ਤਾਂ ਦੀਨ ਪਨਾਹ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਇਹਦੇ ਵਿੱਚ ਆਪਾਂ ਸਿਰਫ ਪੁਆਇੰਟ ਟੂ ਪੁਆਇੰਟ ਗੱਲ ਕਰ ਰਹੇ ਹਾਂ, ਠੀਕ ਹੈ ਜੀ। ਫਾਲਤੂ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਨਹੀਂ ਡਿਸਕਸ ਕਰ ਰਹੇ। ਜਿੱਥੋਂ ਕੁਐਸਚਨ ਹਰ ਵਾਰ ਬਣਦੇ ਤੁਸੀਂ ਚੈੱਕ ਵੀ ਕਰ ਸਕਦੇ ਹੋ, ਠੀਕ ਹੈ ਜੀ। ਪੇਪਰਾਂ ਦਾ ਐਨਾਲਿਸਿਸ ਵੀ ਕਰ ਸਕਦੇ ਹੋ, ਇੱਥੋਂ ਹੀ ਕੁਐਸਚਨ ਬਣਦੇ ਆ ਅਤੇ ਇੱਥੋਂ ਹੀ ਅੱਗੇ ਬਣਨਗੇ। ਤਾਂ ਇਹ ਸਾਰੇ ਫੈਕਟ ਜਿੰਨੇ ਵੀ ਮੈਂ ਤੁਹਾਨੂੰ ਕਰਵਾ ਰਿਹਾ ਇਹਨੂੰ ਤੁਸੀਂ ਕਾਪੀ ਦੇ ਉੱਤੇ ਨੋਟ ਕਰ ਲਿਓ, ਠੀਕ ਹੈ ਜੀ। ਇਹ ਤੋਂ ਬਾਹਰ ਕੁਐਸਚਨ ਨਹੀਂ ਤੁਹਾਨੂੰ ਆਊਗਾ, ਇਹਦੇ ਵਿੱਚੋਂ ਹੀ ਕੁਐਸਚਨ ਬਣਨਗੇ, ਠੀਕ ਹੈ ਜੀ। ਤਾਂ ਹੁਮਾਯੂੰ ਕੰਸਟਰਕਟਡ ਅ ਲਾਇਬ੍ਰੇਰੀ। ਤਾਂ ਹੁਮਾਯੂੰ ਨੇ ਇੱਕ ਲਾਇਬ੍ਰੇਰੀ ਬਣਵਾਈ ਸੀ ਜਿਹਦਾ ਨਾਮ ਸੀ ਸ਼ੇਰ-ਏ-ਮੰਡਲ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਹੈ, ਬਹੁਤ ਵਾਰ ਪੁੱਛਿਆ ਗਿਆ ਇਹ ਕੁਐਸਚਨ। ਸ਼ੇਰ-ਏ-ਮੰਡਲ ਉਹ ਲਾਇਬ੍ਰੇਰੀ ਦਾ ਨਾਮ ਸੀ। ਹੀ ਡਾਈਡ ਬਾਏ ਫਾਲ ਫਰੋਮ ਦ ਸਟੇਅਰਸ ਆਫ ਦਿਸ ਲਾਇਬ੍ਰੇਰੀ। ਤਾਂ ਇਹਦੀਆਂ ਪੌੜੀਆਂ ਤੋਂ ਡਿੱਗ ਕੇ ਇਹਦੀ ਮੌਤ ਹੋ ਗਈ ਸੀ। ਇਹ ਪੁੱਛਿਆ ਜਾਂਦਾ ਕਿ ਉਹ ਕਿਹੜਾ ਮੁਗਲ ਬਾਦਸ਼ਾਹ ਸੀ ਜਿਹਦੀ ਪੌੜੀਆਂ ਤੋਂ, ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗ ਕੇ ਮੌਤ ਹੋ ਗਈ ਸੀ। ਤਾਂ ਉਹ ਸੀਗਾ ਹੁਮਾਯੂੰ, ਠੀਕ ਹੈ ਜੀ। ਤਾਂ ਹੁਮਾਯੂੰ ਨੇ ਆਪਣੀ ਹੀ ਇੱਕ ਲਾਇਬ੍ਰੇਰੀ ਬਣਾਈ ਸੀ ਸ਼ੇਰ-ਏ-ਮੰਡਲ। ਤਾਂ ਇਹਦੀ ਮਤਲਬ ਇਹਦੀਆਂ ਪੌੜੀਆਂ ਤੋਂ ਡਿੱਗ ਕੇ ਹੁਮਾਯੂੰ ਦੀ ਮੌਤ ਹੋ ਗਈ ਸੀ। ਤਾਂ ਇਹ ਬਹੁਤ ਇੰਪੋਰਟੈਂਟ ਹੈ, ਪੁੱਛਿਆ ਜਾਊਗਾ ਤੁਹਾਨੂੰ। ਇੱਕ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ, ਠੀਕ ਹੈ ਜੀ। ਇੱਥੇ ਤੁਹਾਨੂੰ ਕਨਫਿਊਜ਼ਿੰਗ ਪੁਆਇੰਟ ਹੈ ਇਹ ਥੋੜ੍ਹਾ ਜਿਹਾ। ਤਾਂ ਹੁਮਾਯੂੰ ਸਟਾਰਟ ਆਰਟ ਐਂਡ ਪੇਂਟਿੰਗਸ, ਠੀਕ ਹੈ। ਜੇ ਤੁਹਾਨੂੰ ਇਹ ਪੁੱਛਿਆ ਗਿਆ ਕਿ ਜਿਹੜੀਆਂ ਪੇਂਟਿੰਗਸ ਨੇ ਉਹ ਸਟਾਰਟ ਕਦੋਂ ਹੋਈਆਂ, ਪੇਂਟਿੰਗ ਸਟਾਰਟ ਕਦੋਂ ਹੋਈਆਂ, ਤਾਂ ਹੁਮਾਯੂੰ ਦੇ ਟਾਈਮ 'ਤੇ, ਬਹੁਤ ਇੰਪੋਰਟੈਂਟ ਹੈ। ਅਤੇ ਜੇ ਤੁਹਾਨੂੰ ਇਹ ਪੁੱਛਿਆ ਕਿ ਪੇਂਟਿੰਗਸ ਆਪਣੇ ਪੀਕ 'ਤੇ ਕਦੋਂ ਸੀ, ਪੀਕ ਮਤਲਬ ਚਰਮ ਸੀਮਾ 'ਤੇ, ਮਤਲਬ ਬਹੁਤ ਟਰੈਂਡਿੰਗ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਤਾਂ ਉਹ ਸੀਗੀਆਂ ਜਹਾਂਗੀਰ ਦੇ ਟਾਈਮ 'ਤੇ। ਇਹ ਯਾਦ ਰੱਖਿਓ। ਤਾਂ ਇਹ ਠੀਕ ਹੈ ਜੀ। ਜੇ ਤੁਹਾਨੂੰ ਪੁੱਛਿਆ ਕਿ ਪੀਕ 'ਤੇ ਕਦੋਂ ਸੀ ਤਾਂ ਜਹਾਂਗੀਰ ਦੇ ਟਾਈਮ 'ਤੇ, ਠੀਕ ਹੈ ਜੀ। ਅਤੇ ਜੇ ਤੁਹਾਨੂੰ ਪੁੱਛਿਆ ਕਿ ਸਟਾਰਟ ਕਦੋਂ ਹੋਈਆਂ ਤਾਂ ਹੁਮਾਯੂੰ ਦੇ ਟਾਈਮ 'ਤੇ। ਇੱਕ ਤੁਹਾਨੂੰ ਪੁੱਛਿਆ ਜਾਊਗਾ ਬਿਲਡਿੰਗ ਆਰਕੀਟੈਕਚਰ ਕਦੋਂ ਆਪਣੀ ਚਰਮ ਸੀਮਾ 'ਤੇ ਸੀ, ਤਾਂ ਉਹ ਆਪਾਂ ਨੂੰ ਪਤਾ ਹੀ ਹੈ ਕਿ ਸ਼ਾਹਜਹਾਂ ਦੇ ਟਾਈਮ 'ਤੇ, ਠੀਕ ਹੈ ਜੀ। ਤਾਂ ਸ਼ਾਹਜਹਾਂ ਬਾਰੇ ਵੀ ਆਪਾਂ ਅੱਗੇ ਡਿਟੇਲ ਦੇ ਵਿੱਚ ਪੜ੍ਹਾਂਗੇ। ਸ਼ਾਹਜਹਾਂ ਨੇ ਕਿਉਂਕਿ ਤਾਜ ਮਹਿਲ ਬਣਵਾਇਆ ਸੀ ਤਾਂ ਬਿਲਡਿੰਗ ਆਰਕੀਟੈਕਚਰ ਜਿਹੜਾ ਸੀਗਾ ਉਹ ਸ਼ਾਹਜਹਾਂ ਦੇ ਟਾਈਮ 'ਤੇ ਪੀਕ 'ਤੇ ਸੀ। ਇਹ ਯਾਦ ਰੱਖਿਓ। ਤਾਂ ਆਰਟ ਐਂਡ ਪੇਂਟਿੰਗ ਜਿਹੜੀਆਂ ਸਟਾਰਟ ਹੋਈਆਂ ਨੇ ਤਾਂ ਹੁਮਾਯੂੰ ਦੇ ਟਾਈਮ 'ਤੇ ਸਟਾਰਟ ਹੋਈਆਂ ਨੇ। ਅਤੇ ਜੇ ਤੁਹਾਨੂੰ ਪੁੱਛਿਆ ਗਿਆ ਪੀਕ 'ਤੇ ਕਦੋਂ ਸੀ ਤਾਂ ਉਹ ਸੀਗੀਆਂ ਆਪਣੇ ਜਹਾਂਗੀਰ ਦੇ ਟਾਈਮ 'ਤੇ। ਇਹ ਯਾਦ ਰੱਖਿਓ। ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਹੈ। ਤਾਂ ਲਾਸਟ ਜਿਹੜਾ ਆਪਣਾ ਪੁਆਇੰਟ ਹੈ, ਹੀ ਇਜ਼ ਆਲਸੋ ਨੋਨ ਐਜ਼ ਸਿਕੰਦਰ-ਏ-ਆਜ਼ਮ, ਠੀਕ ਹੈ ਜੀ। ਆਪਣੇ ਆਪ ਨੂੰ ਇੱਕ ਟਾਈਟਲ ਵਗੈਰਾ ਦੇ ਦਿੰਦੇ ਸੀਗੇ ਜਿਹੜੇ ਇਹ ਮੁਗਲ ਬਾਦਸ਼ਾਹ ਸੀ। ਤਾਂ ਸਿਕੰਦਰ-ਏ-ਆਜ਼ਮ ਦੇ ਨਾਮ ਨਾਲ ਵੀ ਹੁਮਾਯੂੰ ਨੂੰ ਜਾਣਿਆ ਜਾਂਦਾ। ਤਾਂ ਬਹੁਤ ਇੰਪੋਰਟੈਂਟ ਹੈ, ਇਹ ਸਾਰੇ ਫੈਕਟ ਤੁਸੀਂ ਧਿਆਨ ਦੇ ਵਿੱਚ ਰੱਖਿਓ, ਇੱਥੋਂ ਹੀ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ। ਅਗਲਾ ਆਪਾਂ ਥੋੜ੍ਹਾ ਜਿਹਾ ਸ਼ੇਰਸ਼ਾਹ ਸੂਰੀ ਦੇ ਬਾਰੇ ਵੀ ਡਿਸਕਸ ਕਰਦੇ ਹਾਂ, ਕਿਉਂਕਿ ਬਹੁਤ ਇੰਪੋਰਟੈਂਟ ਸ਼ਾਸਕ ਸੀ ਸ਼ੇਰਸ਼ਾਹ ਸੂਰੀ, ਠੀਕ ਹੈ ਜੀ। ਤਾਂ ਸ਼ੇਰਸ਼ਾਹ ਸੂਰੀ ਨੇ ਮਤਲਬ ਹੁਮਾਯੂੰ ਨੂੰ ਹਰਾਇਆ ਸੀ ਲਗਾਤਾਰ 2 ਵਾਰ, ਠੀਕ ਹੈ ਜੀ। ਹੁਮਾਯੂੰ ਇਹਦੇ ਡਰ ਦੇ ਨਾਲ ਇੱਥੋਂ ਭੱਜ ਗਿਆ ਸੀ ਅਤੇ ਦੁਬਾਰਾ 1555 ਦੇ ਵਿੱਚ ਆਇਆ। ਤਾਂ ਸ਼ੇਰਸ਼ਾਹ ਸੂਰੀ ਬਾਰੇ ਵੀ ਡਿਸਕਸ ਕਰਨਾ ਬਣਦਾ, ਠੀਕ ਹੈ ਜੀ। ਤਾਂ ਜੇ ਤੁਹਾਨੂੰ ਪੁੱਛਣਗੇ ਕਿ ਸ਼ੇਰਸ਼ਾਹ ਸੂਰੀ ਦਾ ਓਰੀਜਨਲ ਨੇਮ ਕੀ ਸੀ, ਇਹ ਬਹੁਤ ਵਾਰ ਪੁੱਛਿਆ ਜਾਂਦਾ। ਤਾਂ ਇਹਦਾ ਓਰੀਜਨਲ ਨੇਮ ਸੀ ਫਰੀਦ, ਠੀਕ ਹੈ ਜੀ। ਹੀ ਇਸਟੈਬਲਿਸ਼ਡ ਦਾ ਡਾਇਨੈਸਟੀ ਇਨ ਸੂਰ ਡਾਇਨੈਸਟੀ। ਇਹਦੀ ਡਾਇਨੈਸਟੀ ਦਾ ਨਾਮ ਵੀ ਯਾਦ ਰੱਖਿਓ, ਸੂਰ ਡਾਇਨੈਸਟੀ। 1540 ਦੇ ਵਿੱਚ 40 ਤੋਂ 55 ਤੱਕ ਇਹਨੇ ਜਿਹੜੀ ਆਪਣੀ ਇਹ ਡਾਇਨੈਸਟੀ ਦਾ ਰਾਜ ਕੀਤਾ, ਠੀਕ ਹੈ ਜੀ। ਕਿਉਂਕਿ 1539 ਅਤੇ 40 ਦੇ ਵਿੱਚ ਇਹਨੇ ਹੁਮਾਯੂੰ ਨੂੰ ਹਰਾਇਆ ਸੀ। 1539 ਦੇ ਵਿੱਚ ਆਪਾਂ ਜਾਣਦੇ ਹਾਂ ਕਿ ਕਿਹੜੀ ਬੈਟਲ ਹੋਈ ਸੀ, ਚੌਸਾ। 1539 ਦੇ ਵਿੱਚ ਜਿਹੜੀ ਬੈਟਲ ਹੋਈ ਸੀ ਉਹ ਹੋਈ ਸੀ ਚੌਸਾ ਦੀ ਬੈਟਲ। ਅਤੇ 1540 ਦੇ ਵਿੱਚ ਜਿਹੜੀ ਹੋਈ ਸੀ ਉਹ ਹੋਈ ਸੀ ਕਨੌਜ। ਇਹਨੂੰ ਬਿਲਗ੍ਰਾਮ ਵੀ ਕਿਹਾ ਜਾਂਦਾ ਹੈ, ਠੀਕ ਹੈ ਜੀ, ਬੈਟਲ ਆਫ ਬਿਲਗ੍ਰਾਮ। ਤਾਂ ਇਹ ਦੋਨੇ ਬੈਟਲ ਦੇ ਵਿੱਚ ਜਿਹੜਾ ਸ਼ੇਰਸ਼ਾਹ ਸੂਰੀ ਜਿੱਤਿਆ ਸੀ ਅਤੇ ਇਹਨੇ ਆਪਣੀ ਡਾਇਨੈਸਟੀ ਸਥਾਪਿਤ ਕਰ ਲਈ ਸੀ, ਸੂਰ ਡਾਇਨੈਸਟੀ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ, ਪੁੱਛਿਆ ਜਾਊਗਾ।
ਹੀ ਡਿਫੀਟਡ ਹੁਮਾਯੂੰ ਇਨ ਦ ਬੈਟਲ ਆਫ ਚੌਸਾ ਐਂਡ ਬੈਟਲ ਆਫ ਬਿਲਗ੍ਰਾਮ, ਇਹਦੇ ਬਾਰੇ ਆਪਾਂ ਪੜ੍ਹ ਲਿਆ। ਠੀਕ ਹੈ ਜੀ। ਤਾਂ ਇਹਦੇ ਬਾਰੇ ਜਿਹੜਾ ਤੁਹਾਨੂੰ ਪੁੱਛਿਆ ਜਾਊਗਾ ਸ਼ੇਰ ਸ਼ਾਹ ਸੂਰੀ ਦੇ ਬਾਰੇ, ਇਹਨੇ ਕੰਮ ਬਹੁਤ ਵਧੀਆ ਕੀਤੇ ਸੀ, ਜਿਵੇਂ ਕਿ GT ਰੋਡ, ਜਿਹੜੀਆਂ ਆਪਣੇ ਅੱਜ GT ਰੋਡ ਨੇ, ਗ੍ਰੈਂਡ ਟਰੰਕ ਰੋਡ ਇਹਨੂੰ ਕਿਹਾ ਜਾਂਦਾ। ਠੀਕ ਹੈ ਜੀ। ਤਾਂ ਇਹਨੂੰ ਕੀ ਕਿਹਾ ਜਾਂਦਾ? ਗ੍ਰੈਂਡ ਟਰੰਕ ਰੋਡ। ਤਾਂ ਇਹ ਰੋਡ ਕਿਹਨੇ ਬਣਵਾਈਆਂ ਸੀ? ਇਹ ਫਸਟ ਟਾਈਮ ਜਿਹਨੇ ਬਣਵਾਈਆਂ ਸੀ ਉਹਦਾ ਨਾਮ ਸੀ ਸ਼ੇਰ ਸ਼ਾਹ ਸੂਰੀ। ਤਾਂ ਸ਼ੇਰ ਸ਼ਾਹ ਸੂਰੀ ਨੇ GT ਰੋਡ ਸਟਾਰਟ ਕੀਤੀਆਂ, ਯਾਦ ਰੱਖਿਓ। ਇੱਕ ਇਹਨੇ ਮਤਲਬ ਜਿਹੜਾ ਰੁਪਈਆ ਆਪਣਾ ਚੱਲਦਾ ਹੈ, ਠੀਕ ਹੈ ਜੀ, ਤਾਂ ਰੁਪਈਆ ਕਿਹਨੇ ਇੰਟਰੋਡਿਊਸ ਕੀਤਾ ਸੀ? ਤਾਂ ਇਹ ਕੀਤਾ ਸੀ ਸ਼ੇਰ ਸ਼ਾਹ ਸੂਰੀ ਨੇ। ਇਹ ਕਾਹਦਾ ਬਣਿਆ ਸੀ? ਸਿਲਵਰ ਦਾ, ਚਾਂਦੀ ਦਾ ਬਣਿਆ ਹੋਇਆ ਸੀ, ਇਹਨੂੰ ਰੁਪਈਆ ਕਹਿੰਦੇ ਸੀ। ਇੱਕ ਇਹਨੇ ਕੋਪਰ ਦਾ ਵੀ ਸਟਾਰਟ ਕੀਤਾ ਸੀ। ਤਾਂ ਕੋਪਰ ਦਾ ਵੀ ਇੱਕ ਕੋਇਨ ਸਟਾਰਟ ਕੀਤਾ ਸੀ ਜਿਹਨੂੰ ਕਹਿੰਦੇ ਸੀ ਦਾਮ। ਇਹ ਯਾਦ ਰੱਖਿਓ, ਦੋਨੇ ਪੁੱਛੇ ਜਾਂਦੇ ਨੇ ਕਿ ਰੁਪਈਆ ਅਤੇ ਦਾਮ ਕਿਹਨੇ ਸਟਾਰਟ ਕੀਤੇ ਸੀ। ਜਿਹੜਾ ਕੋਪਰ ਕੋਇਨ ਸੀਗਾ ਜਿਹਨੂੰ ਦਾਮ ਕਿਹਾ ਜਾਂਦਾ ਸੀ, ਇਹ ਵੀ ਸ਼ੇਰ ਸ਼ਾਹ ਸੂਰੀ ਨੇ, ਅਤੇ ਸਿਲਵਰ ਕੋਇਨ ਰੁਪਈਆ ਇਹ ਵੀ ਸ਼ੇਰ ਸ਼ਾਹ ਸੂਰੀ ਨੇ ਸਟਾਰਟ ਕੀਤਾ ਸੀ। ਤਾਂ ਇਹ ਬਹੁਤ ਇੰਪੋਰਟੈਂਟ ਪੁਆਇੰਟ ਨੇ, ਇਹ ਤੁਹਾਨੂੰ ਪੁੱਛੇ ਜਾਣਗੇ। ਇੱਕ ਤੁਹਾਨੂੰ ਪੁੱਛੀ ਜਾਊ ਕਿ ਜਿਹੜੀ ਸ਼ੇਰ ਸ਼ਾਹ ਸੂਰੀ ਦੀ ਟੌਂਬ ਹੈ ਉਹ ਕਿੱਥੇ ਹੈ? ਤਾਂ ਇਹ ਯਾਦ ਰੱਖਿਓ, ਤਾਂ ਇਹਦੀ ਜਿਹੜੀ ਟੌਂਬ ਹੈ ਉਹ ਹੈਗੀ ਸਾਸਾਰਾਮ, ਜਿਹੜਾ ਕਿ ਪੈਂਦਾ ਬਿਹਾਰ ਦੇ ਵਿੱਚ। ਠੀਕ ਹੈ ਜੀ। ਸਾਸਾਰਾਮ ਬਿਹਾਰ ਦੇ ਵਿੱਚ ਇਹਦੀ ਟੌਂਬ ਹੈ, ਇਹ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਹੈ। ਅਤੇ ਇਹਦਾ ਬੇਟਾ ਸੀਗਾ ਸਿਕੰਦਰ ਸ਼ਾਹ ਸੂਰੀ, ਅਤੇ ਜਿਹਨੂੰ ਹੁਮਾਯੂੰ ਨੇ ਡਿਫੀਟ ਕਰਕੇ 1555 ਦੇ ਵਿੱਚ ਉਹ ਦੁਬਾਰਾ ਗੱਦੀ 'ਤੇ ਬੈਠ ਗਿਆ ਸੀ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪੁੱਛਿਆ ਜਾਊਗਾ। ਅਤੇ ਸਾਰੇ ਜਿੰਨੇ ਵੀ ਪੁਆਇੰਟ ਨੇ ਤੁਸੀਂ ਨੋਟ ਕਰ ਲੈਣੇ। ਠੀਕ ਹੈ ਜੀ। ਇੱਥੋਂ ਕੁਐਸਚਨ ਅਕਸਰ ਹੀ ਬਣਦੇ ਆ। ਅਤੇ ਅੱਜ ਦਾ ਜਿਹੜਾ ਆਪਾਂ ਸੈਸ਼ਨ ਹੈ ਉਹਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ, ਕਿਉਂਕਿ ਸਾਰੇ ਜਿੰਨੇ ਵੀ ਪੁਆਇੰਟ ਇਹਦੇ ਨਾਲ ਰਿਲੇਟਡ ਸੀ ਹੁਮਾਯੂੰ ਦੇ ਨਾਲ, ਉਹ ਆਪਾਂ ਡਿਸਕਸ ਕਰ ਲਏ ਨੇ। ਅਤੇ ਸ਼ੇਰ ਸ਼ਾਹ ਸੂਰੀ ਬਾਰੇ ਵੀ ਆਪਾਂ ਡਿਸਕਸ ਕਰ ਲਿਆ। ਠੀਕ ਹੈ ਜੀ। ਜਿੰਨੇ ਵੀ ਕੁਐਸਚਨ ਤੁਹਾਨੂੰ ਬਣਨਗੇ, ਤਾਂ ਜੇਕਰ ਵੀਡੀਓ ਚੰਗੇ ਲੱਗਦੇ ਇਹਨਾਂ ਨੂੰ ਲਾਈਕ ਕਰਦਿਆ ਕਰੋਗੇ, ਸ਼ੇਅਰ ਕਰਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਅਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀਆਂ। ਠੀਕ ਹੈ ਜੀ। ਤਾਂ ਬੈਕ ਟੂ ਬੈਕ ਆਪਣੀਆਂ ਵੀਡੀਓਜ਼ ਆਉਂਦੀਆਂ ਰਹਿਣਗੀਆਂ, ਅਤੇ ਆਪਣੀ ਤਿਆਰੀ ਦੇ ਲਈ ਆਪਣੇ ਨਾਲ ਜੁੜੇ ਰਹੋ। ਠੀਕ ਹੈ ਜੀ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਪ੍ਰੈਸ ਕਰ ਲਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ। ਅਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ। ਠੀਕ ਹੈ ਜੀ। ਕਮੈਂਟ ਸੈਕਸ਼ਨ ਦੇ ਨਾਲ ਇਹ ਤੁਹਾਨੂੰ ਪਤਾ ਚੱਲਦਾ ਕਿ ਸਾਡੀਆਂ ਵੀਡੀਓਜ਼ ਮਤਲਬ ਸਾਡਾ ਕੰਟੈਂਟ ਕਿਵੇਂ ਦਾ। ਠੀਕ ਹੈ ਜੀ। ਤਾਂ ਤੁਸੀਂ ਆਪਣੀ ਰਾਏ ਜ਼ਰੂਰ ਦਿਆ ਕਰੋ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।